ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਉਹ ਰਾਜ ਜਿਸ ਦੇ 40 ਸਾਲ ਦੇ ਰਾਜਸੀ ਕਾਲ ਦੇ ਵਿੱਚ ਜਾਂ ਰਾਜਸੀ ਜੀਵਨ ਦੇ ਵਿੱਚ ਮੈਂ ਸਿੱਖ ਇਤਿਹਾਸਕਾਰਾਂ ਤੇ ਛੱਡ ਹੀ ਦੇਵਾਂ, ਕੋਈ ਸਾਡਾ ਦੁਸ਼ਮਣ ਇਤਿਹਾਸਕਾਰ, ਉਹ ਚਾਹੇ ਬ੍ਰਿਟਿਸ਼ ਹੋਵੇ ਚਾਹੇ ਉਹ ਮੁਸਲਮਾਨ ਹੋਵੇ, ਇੱਕ ਵੀ ਮਿਸਾਲ ਨਹੀਂ ਦੇ ਸਕਦਾ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਇੱਕ ਵੀ ਧਾਰਮਿਕ ਦੰਗਾ ਹੋਇਆ ਹੋਵੇ। ਇੱਕ ਵੀ ਮਿਸਾਲ ਨਹੀਂ ਮਿਲੇਗੀ ਕਿ ਕਿਸੇ ਗਰੀਬ ਜਾਂ ਕਿਸੇ ਅਬਲਾ ਦੇ ਨਾਲ ਬਲਾਤਕਾਰ ਹੋਇਆ ਹੋਵੇ। ਇੱਕ ਵੀ ਮਿਸਾਲ ਨਹੀਂ ਮਿਲੇਗੀ ਕਿ ਉਹਦੇ ਰਾਜ ਦਾ ਕੋਈ ਬਸ਼ਰ ਜਿਹੜਾ ਉਹ ਧਾਰਮਿਕ ਤੌਰ ਤੇ ਤੰਗ ਹੋਇਆ ਹੋਵੇ। ਇੱਕ ਵੀ ਮਿਸਾਲ ਨਹੀਂ ਮਿਲੇਗੀ ਕਿ ਜੇ ਕਿਸੇ ਦੇ ਨਾਲ ਬੇਇਨਸਾਫੀ ਹੋਈ ਹੈ ਤੇ ਕਿਸੇ ਨੂੰ ਇਨਸਾਫ ਨਾ ਮਿਲਿਆ ਹੋਵੇ। ਤੇ 40 ਸਾਲ ਦਾ ਉਹ ਪਹਿਲਾ ਰਾਜ ਹੈ ਜਿਸ ਰਾਜ ਦੇ ਵਿੱਚ ਇੱਕ ਵੀ ਵਿਅਕਤੀ ਨੂੰ ਸਜ਼ਾਏ ਮੌਤ ਨਹੀਂ ਦਿੱਤੀ ਗਈ। ਇੱਕ ਵੀ ਵਿਅਕਤੀ ਸਜ਼ਾਏ ਮੌਤ ਨਹੀਂ ਦਿੱਤੀ ਗਈ। ਰਾਜ ਤਾਂ ਉੱਥੇ ਵੀ ਹੋਇਆ। ਤੇ ਹੁਣ ਤੁਸੀਂ ਵੇਖਦੇ ਹੋ ਹਿੰਦੁਸਤਾਨ ਦੇ ਵਿੱਚ, ਮੈਂ ਪਿੱਛੇ ਜੇ ਰਦੰਤੀ ਰਾਏ ਦੀ ਕਿਤਾਬ ਪੜ੍ਹ ਰਿਹਾ ਸੀ, ਦ ਹੈਂਗਿੰਗ ਆਫ ਅਫਜ਼ਲ ਗੁਰੂ, ਤੇ ਉਸ ਕਿਤਾਬ ਦੇ ਵਿੱਚ ਜਿਹੜੇ ਕੋਰਟ ਦੇ ਆਰਡਰ ਦਾ ਹਵਾਲਾ ਦਿੱਤਾ ਅਫਜ਼ਲ ਗੁਰੂ ਦੀ ਹੈਂਗਿੰਗ ਦੇ ਬਾਰੇ, ਮੈਂ ਪੜ੍ਹ ਕੇ ਹੈਰਾਨ ਰਹਿ ਗਿਆ। ਕਿਤੇ ਤੁਸੀਂ ਵੀ ਪੜ੍ਹੇ ਹੋ, ਕਿੱਥੇ ਰਣਜੀਤ ਸਿੰਘ ਦਾ ਰਾਜ ਤੇ ਕਿੱਥੇ ਆਹ ਰਾਜ, ਕਿੱਥੇ ਉਹ ਰਾਜ ਜਿੱਥੇ 40 ਸਾਲ ਦੇ ਵਿੱਚ ਕਿਸੇ ਨੂੰ ਸਜ਼ਾਏ ਮੌਤ ਦਿੱਤੀ ਨਹੀਂ ਜਾਂਦੀ। ਕੁਛ ਨੂੰ ਦਿੱਤੀਆਂ ਗਈਆਂ, ਉਹ ਕਿਉਂ ਦਿੱਤੀਆਂ ਗਈਆਂ ਮੈਂ ਤੁਹਾਡਾ ਬਾਤ ਸਾਂਝੀ ਕਰਦਾ। ਪਰ ਇਹ ਜਿਹੜੀ ਇਸ ਨਿਆਂਪਾਲਿਕਾ ਦੀ ਜੱਜਮੈਂਟ ਹੈ, ਤੁਸੀਂ ਪੜ੍ਹ ਕੇ ਹੈਰਾਨ ਹੋ ਜਾਓਗੇ ਜਦੋਂ ਲਿਖਿਆ ਜਾ ਰਿਹਾ ਹੈ ਕਿ we have not enough proof to hang him only for the satisfaction of collective conscience we are going to hang। ਸਾਡੇ ਕੋਲ ਇਹਨੂੰ ਫਾਂਸੀ ਦੇਣ ਦਾ ਸਬੂਤ ਕੋਈ ਨਹੀਂ, ਪਰ ਇੱਕ ਬਹੁ ਗਿਣਤੀ ਚੇਤਨਤਾ ਨੂੰ ਸੰਤੁਸ਼ਟ ਕਰਨ ਦੇ ਵਾਸਤੇ ਅਸੀਂ ਇਸ ਨੂੰ ਫਾਂਸੀ ਦੇ ਰਹੇ ਹਾਂ। ਇਹ ਜੱਜਮੈਂਟ ਹੈ। ਰਦੰਤੀ ਰਾਏ ਦੀ ਕਿਤਾਬ ਪੜ੍ਹ ਕੇ ਦੇਖੋ, ਹੈਂਗਿੰਗ ਆਫ ਅਫਜ਼ਲ ਗੁਰੂ ਜ਼ਰੂਰ ਪੜ੍ਹੋ, ਦਿੱਲੀ ਦੇ ਵਿੱਚ ਮਿਲਦੀ ਹੈ। ਹੁਣ ਤੁਸੀਂ ਵੇਖੋ, ਇੱਕ ਉਹ ਰਾਜ ਹੈ ਜਿੱਥੇ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਂਦੀ। ਇੱਕ ਉਹ ਰਾਜ ਹੈ ਜਿੱਥੇ ਮੌਤ ਦੀ ਸਜ਼ਾ ਇਸ ਕਰਕੇ ਦਿੱਤੀ ਜਾਂਦੀ ਹੈ ਕਿ ਬਹੁ ਗਿਣਤੀ ਨੂੰ ਖੁਸ਼ ਕਰਨਾ ਹੈ। ਸਾਡੇ ਕੋਲ ਸਬੂਤ ਨਹੀਂ ਹੈ ਕਿ ਇਹ ਜ਼ੁਲਮ ਕੀਤਾ ਹੈ, ਇਸਨੇ ਜ਼ੁਲਮ ਕੀਤਾ ਹੈ, ਇਹਨੇ ਕੋਈ ਕ੍ਰਾਈਮ ਕੀਤਾ ਹੈ, ਪਰ ਅਸੀਂ ਇਸ ਨੂੰ ਫਾਂਸੀ ਦੇ ਰਹੇ ਹਾਂ ਕਿਉਂਕਿ ਅਸੀਂ ਨੇ ਬਹੁ ਗਿਣਤੀ ਨੂੰ ਖੁਸ਼ ਕਰਨਾ ਹੈ। Only for the satisfaction of collective consciousness, ਬਹੁ ਗਿਣਤੀ ਚੇਤਨਤਾ ਨੂੰ ਖੁਸ਼ ਕਰਨ ਦੇ ਵਾਸਤੇ, ਉਹਨਾਂ ਨੂੰ ਸੈਟੀਸਫਾਈ ਕਰਨ ਦੇ ਵਾਸਤੇ ਅਸੀਂ ਇੱਕ ਬੇਗੁਨਾਹ ਨੂੰ ਫਾਂਸੀ ਦੇ ਰਹੇ। ਰਾਜ ਫਿਰ ਕਿਵੇਂ ਦਾ ਹੁੰਦਾ ਹੈ ਇਹ ਤੁਸੀਂ ਦੇਖੋ। ਇਹ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ। ਜੇਕਰ ਅਸੀਂ ਇਸ ਦਾ ਪਰਿਵਾਰਕ ਪਿਛੋਕੜ ਵੇਖਣਾ ਹੈ, ਜੇ ਮੈਂ ਸਿਰਫ ਪਰਿਵਾਰਕ ਪਿਛੋਕੜ ਦੇ ਉੱਪਰ ਹੀ ਲੈਕਚਰ ਨੂੰ ਸੀਮਤ ਰੱਖਿਆ ਤਾਂ ਸਾਰਾ ਵਕਤ ਬੀਤ ਜਾਏਗਾ। ਥੋੜੀ ਜਿਹੀ ਗੱਲ ਤੁਹਾਡੇ ਨਾਲ ਸਾਂਝੀ ਕਰਦਾ। ਜਾਦੋਮਨ ਭੱਟੀ ਹੋਇਆ, ਭੱਟੀ ਪਰਿਵਾਰ ਦੇ ਵਿੱਚੋਂ, ਰਾਜਪੂਤਾਂ ਦੇ ਵਿੱਚੋਂ, ਉਹਦੇ ਪਰਿਵਾਰ ਦੇ ਵਿੱਚੋਂ ਜਿਹੜਾ ਪਹਿਲਾ ਸਿੱਖੀ ਦੇ ਵਿੱਚ ਬਸ਼ਰ ਆਇਆ, ਸ਼ਖਸ ਆਇਆ, ਉਸ ਦਾ ਨਾਮ ਹੈ ਰਾਜਦੇਵ। ਸ਼ਾਇਦ ਪੰਜਮ ਪਾਤਸ਼ਾਹ ਦੇ ਸਮੇਂ ਰਾਜਦੇਵ ਦੇ ਪਰਿਵਾਰ ਦੇ ਵਿੱਚ ਅੱਗੇ ਹੋਏ ਨੇ ਬੁੱਢਾ ਜੀ। ਬੁੱਢਾ ਜੀ ਨੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲੋਂ ਖੰਡੇ ਬਾਟੇ ਦੀ ਬਾਹਰ ਲਈ ਔਰ ਨਾਮ ਰੱਖਿਆ ਬੁੱਢਾ ਸਿੰਘ। ਇਹ ਬੁੱਢਾ ਸਿੰਘ ਉਹ ਜਰਨੈਲ ਹੈ ਜਿਸ ਨੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਸਾਰੀਆਂ ਜੰਗਾਂ ਦੇ ਵਿੱਚ ਹਿੱਸਾ ਲਿਆ ਤੇ 80 ਸਾਲ ਦੇ ਕਰੀਬ ਜਦੋਂ ਇਸ ਦੀ ਮੌਤ ਹੋਈ, ਇਸ ਦੇ ਜਿਸਮ ਦੇ ਉੱਪਰ 30 ਕਿਰਪਾਨਾਂ ਦੇ ਨਿਸ਼ਾਨ ਤੇ 9 ਗੋਲੀਆਂ ਦੇ ਨਿਸ਼ਾਨ ਸੀ। ਸਰਦਾਰ ਬੁੱਢਾ ਸਿੰਘ, ਸਰਦਾਰ ਬੁੱਢਾ ਸਿੰਘ ਦਾ ਬੇਟਾ ਸੀ ਨੌਤ ਸਿੰਘ। ਨੌਤ ਸਿੰਘ ਨੇ ਉਸ ਵੇਲੇ ਨਵਾਬ ਕਪੂਰ ਸਿੰਘ ਦੇ ਨਾਲ ਮਿਲ ਕੇ ਸਿੱਖਾਂ ਦੀਆਂ ਜੰਗਾਂ ਦੇ ਵਿੱਚ ਹਿੱਸਾ ਲਿਆ। ਨੌਤ ਸਿੰਘ ਦਾ ਬੇਟਾ ਸੀ ਸਰਦਾਰ ਚੜ੍ਹਤ ਸਿੰਘ। ਚੜ੍ਹਤ ਸਿੰਘ ਉਹ ਜਰਨੈਲ ਹੈ ਜਿਸ ਨੇ ਜਦੋਂ ਬੁੱਢਾ ਦਲ ਤੇ ਕਰਨਾ ਦਲ ਬਣੇ, ਉਦੋਂ ਕਰਨਾ ਦਲ ਦੇ ਵਿੱਚ ਗਿਆ ਔਰ ਬਹੁਤ ਵੱਡੇ ਇਲਾਕੇ ਦੇ ਉੱਪਰ ਕਬਜ਼ਾ ਕੀਤਾ। ਜੇ ਕਿਤੇ ਤੁਹਾਨੂੰ ਗੁਜਰਾਤ ਦੇ ਰਹਿਣ ਵਾਲੇ ਕਾਜ਼ੀ ਨੂਰ ਮੁਹੰਮਦ ਦੀ ਫਾਰਸੀ ਦੀ ਲਿਖਤ ਹੈ ਜੰਗਨਾਮਾ ਕਾਜ਼ੀ ਨੂਰ ਮੁਹੰਮਦ, ਉਹਨੂੰ ਪੜ੍ਹਨ ਦਾ ਮੌਕਾ ਮਿਲੇ। ਹੁਣ ਤੁਸੀਂ ਵੇਖੋ, ਜਦੋਂ ਦੁਸ਼ਮਣ ਕਿਸੇ ਨਾਲ ਨਫ਼ਰਤ ਕਰਦਾ ਹੈ ਤੇ ਉਹਦੀ ਨਫ਼ਰਤ ਇਸ ਕਰਕੇ ਹੁੰਦੀ ਹੈ ਕਿ ਉਹ ਦੁਸ਼ਮਣ ਨੂੰ ਬਲਵਾਨ ਸਮਝ ਰਿਹਾ ਹੁੰਦਾ। ਉਹ ਸਾਰੀ ਰਚਨਾ ਵਿੱਚ ਸਿੱਖਾਂ ਨੂੰ ਕੁੱਤੇ ਦੇਖਦਾ, ਸਿੱਖ ਕੁੱਤੇ ਨਹੀਂ, ਕੁੱਤੇ ਨਹੀਂ, ਕੁੱਤੇ ਨਹੀਂ। ਅਖੀਰ ਤੇ ਜਾ ਕੇ
52 शेर लिखता है तारीफे सलाम कुत्तियां की तारीफ। तो तारीफ दे विच पता की लिखदा है, एक रात शहर का रहने वाला सी, काबुल तो 26 मील दूर शहर है। बच्चों को पढ़ाउंदा सी ते मदरसे दे विच मुसलमानां दे बच्चों ते बच्चों को सिखां दी जंगां दे बारे पढ़ा रहा है। और उन्होंने सिखां दी जंगां दे बारे किवें पता है, क्योंकि जो अहमद शाह अब्दाली सिखां को खत्म करने दे वास्ते आया ते उसने एक बलोच पठान जिहड़ा रिश्तेदारी दे जिसदा जवाई लगदा सी, उसका नाम सी नासिर खान बलोच। नासिर खान बलोच को कहना मेरे नाल चल सिखां को खत्म करना है, ते नासिर खान अपने उस्ताद जिसने को तो पढ़िया सी वो ही काजी नूर मोहम्मद सी। वो काजी नूर मोहम्मद को कहता है कि काजी साहब तुसी बड़े चंगे लिखारी हो, तुसी राइटर हो, तुसी साडे नाल चलो, ਅਸੀਂ ਇੱਕ ਇਹੋ ਜਿਹੀ ਕੌਮ ਨੂੰ ਖਤਮ ਕਰਨਾ ਹੈ ਜਿਸ ਦਾ ਅੱਜ ਤੋਂ ਬਾਅਦ ਦੁਨੀਆ ਦੇ ਨਕਸ਼ੇ ਦੇ ਉੱਪਰ ਕੋਈ ਨਾਮੋ ਨਿਸ਼ਾਨ ਨਹੀਂ ਹੋਵੇਗਾ। ਤੁਸੀਂ ਲਿਖੋ ਕਿ ਅਸੀਂ ਉਸ ਕੌਮ ਨੂੰ ਕਿਵੇਂ ਖਤਮ ਕੀਤਾ। ਕਾਜ਼ੀ ਨੂਰ ਮੁਹੰਮਦ ਆਇਆ, ਸਿੱਖਾਂ ਦੀਆਂ ਲੜਾਈਆਂ ਵੇਖੀ, ਨਫ਼ਰਤ ਹੈ ਮਨ ਦੇ ਵਿੱਚ, ਸਿੱਖਾਂ ਨੂੰ ਕੁੱਤੇ ਮਿਲਦਾ। ਅਖੀਰ ਤੇ ਜਾ ਕੇ ਇੱਕ ਦਿਨ ਮਦਰਸੇ ਦੇ ਵਿੱਚ ਪੜ੍ਹਾ ਰਿਹਾ ਤੇ ਪੜ੍ਹਾਉਂਦਾ ਬੱਚਿਆਂ ਨੂੰ ਗੱਲ ਕਹਿੰਦਾ ਇਹ ਮੁਸਲਮਾਨਾਂ ਦੇ ਬੱਚੇ मैं सिखा के नाल नफरत करता है, उस नफरत करके मैं सिखा को कुत्ते लिखता है, पर जिहड़ी सच्चाई है ना वो मैनूं चैन दे नाल बैठ नहीं दिंदी। मेरा जी करता मैं तुहानूं सच्चाई दस दे, सच्चाई दसदा 52 शेर बच्चों के नाल साझे करता है। इहदा सदारा मगो सट के हस्तंद शेर और माता ने मतलब जो शेर आंदने इहदा बेशक मैं मजहबी नफरत करके सिखा को कुत्ते कहना है, पर मैं उन्होंने मैदान जंग च लड़ते देखे और शेरां तो किते वध दे। इहदा उन्हां दी दलेरी दा राज, दलेरी दा मतलब कोई राज होवे ना, कोई कारण होवे जां क्यों दलेर ने। इहदा दलेर इस करके ने कि उन्हां दा कैरेक्टर बड़ा अच्छा कि जनगर जवान वाह बस्त पीर भगो जंग कुड़िया करो गोशा की। मैदाने जंग दे विच किंदा मैं लड़ते देखना सी, उन्हां दे हथ दुश्मन दी बेटी आ जावे, औरत आ जावे, हम उम्र आ जावे, बुजुर्ग आ जावे, हाथ जोड़ के बीबी जी कह दिंदे ने, पर दुश्मन दी औरत दी इज्जत नहीं करदे। कि जनगर जवान वाह अस्त पीर भगो जंग कुड़िया करो गोशा की। ते किंदा मैनूं इंज लगदा है, किंदा जग जनाब ना माशक म्यान ने सदा, किंदा मैनूं इन्ना लगदा है कि किसी का हक खोना, किसी ने जबरदस्ती करनी, किसी ने जबर जनाह करना, वो इन्हां दे जिस्म दे विच है ही नहीं। ये कभी किसी ने धक्का करदे ही नहीं, इसे करके ये जेतू समैन ने तो कह गया कि असल दे विच शेर ने। ते वो अपने जंग नामे दे विच जगह जगह पर जिक्र करदा है चढ़ चढ़ सिंह दा नफरत करदा है, सिख कहने को सिंह कहने को शेर कहने को उनका आउंदा है ते जगह जगह चढ़ लिखदा है। वो जस्सा सिंह आलू वाले लिखता है जस्सा कलाम, वो जस्सा सिंह रामगढ़ी लिखता है जस्सा ठोका, वो बाबा आला सिंह लिखता आधा जट। बड़ी नफरत है अपने मन में, और नफरत करता भी तारीफ कर गया साथी कि बेशक नफरत करता है पर ये मैदान जंग के शेर ने। सो वो जड़ा चढ़तू जिसको लिख रहा है काजी नूर मोहम्मद चढ़ सिंह चढ़तू, वो महाराजा रणजीत सिंह का दादा सी चढ़ सिंह। चढ़ सिंह ने रोहतास के किले के ऊपर कब्जा किया। रोहतास के किले के ऊपर उस वेले काबल सी सरफराज खान। सरफराज खान किला छड़ के भज गया ते चढ़ सिंह दे हाथ आ गया अहमद शाह अब्दाली का चाचा सर गुलाम खान। हुण तुसीं वेखो वो अहमद शाह अब्दाली जिसने सिखा का इन्ना वड्डा कतलेआम किया होवे ते ओदा चाचा सर गुलाम खान दे हाथ आ गया। चढ़ सिंह ने उसको कैद किया, सामने पेश किया ते सरफराज खान कहता है कि मैनूं क्यों गिरफ्तार किया जे छड्ड दे। पढ़ियो कि फारसी दसो मैनूं क्यों गिरफ्तार किया छड्ड दे। ते चढ़ सिंह मुस्कुरा पिया, कहंदा तैनूं गिरफ्तार करने नाल मैनूं मिलना कुछ नहीं, पर इतिहास दे विच इह गल तां आवेगी ना कि जिस अहमद शाह अब्दाली ने सिखां दा कतलेआम कीता सी ओदा चाचा सिखां दे चरणों दे सामने हत्थ जोड़ के खड़ा कहना तेन कुछ नहीं। इन्हें फिर उन्हें बंदी चो माफ कर दो, इन्हें बदला की होगा। ते मुस्कुरा के सरफराज खान कहता है कि दो चत्सियां तेरा कातल हो रुपया होगा कि फड़िया सी फिर छड्ड दिता
ਤੇ ਉਸੇ ਵੇਲੇ ਸਿੱਖ ਜਰਨੈਲ ਨੂੰ ਕਹਿੰਦਾ ਖੋਲ ਦਿਓ ਇਸ ਦੀਆਂ ਬੇੜੀਆਂ, ਇਹਨੂੰ ਆਜ਼ਾਦ ਕਰ ਦਿਓ। ਇਹ ਸੱਚਮੁੱਚ ਦੁਨੀਆ ਦੇ ਇਤਿਹਾਸ ਦੀ ਇੱਕ ਮਿਸਾਲ ਬਣੀ ਕਿ ਅਹਿਮਦ ਸ਼ਾਹ ਅਬਦਾਲੀ ਨੇ ਜੱਜ ਨੂੰ ਗ੍ਰਿਫਤਾਰ ਕਰਕੇ ਪਾਸੇ ਪਹਾੜੀ ਮਜ਼ਾਕ ਦੇ ਵਿੱਚ ਹੀ ਚਰਨ ਸਿੰਘ ਨੇ ਛੱਡ ਦਿੱਤਾ, ਕਹਿੰਦਾ ਜਾ ਤੈਨੂੰ ਆਜ਼ਾਦ ਦਿੱਤਾ। ਕਿਵੇਂ ਦੇ ਗੁਣ ਵੀ ਉਸੇ ਸਰਦਾਰ ਚਰਨ ਸਿੰਘ ਨੇ ਉਹ ਇਲਾਕਾ ਫਤਿਹ ਕੀਤਾ। ਉਸ ਤੋਂ ਬਾਅਦ ਪੀਰ ਮੁਹੰਮਦ ਜੱਟਾ ਉਸ ਦੇ ਇਲਾਕੇ ਨੂੰ ਫਤਿਹ ਕੀਤਾ। ਅਖੀਰ ਦੇ ਵਿੱਚ ਜੰਮੂ ਦੇ ਰਾਜੇ ਰਣਜੀਤ ਦੇਵ ਦੇ ਦੋ ਪੁੱਤਰਾਂ ਦੇ ਵਿੱਚ ਝਗੜਾ ਹੋ ਗਿਆ, ਦਲੇਰ ਚੰਦ ਤੇ ਰਣਜੀਤ ਦੇਵ, ਜੰਮੂ ਦੇ ਰਾਜੇ ਦੇ ਬੇਟੇ ਸੀ। ਉਹਨਾਂ ਦੇ ਝਗੜੇ ਨੂੰ ਖਤਮ ਕਰਨ ਦੇ ਵਾਸਤੇ ਚਰਨ ਸਿੰਘ ਉੱਥੇ ਗਿਆ। ਉਹਨਾਂ ਸਮੇਂ ਦੇ ਵਿੱਚ ਟੋਲੇਦਾਰ ਬੰਦੂਕਾਂ ਹੁੰਦੀਆਂ ਸੀ ਜਿਸ ਨੂੰ ਅਸੀਂ ਮੈਚ ਆਊਟ ਰਾਈਫਲਸ ਕਹਿੰਦੇ ਹਾਂ। ਇੱਕ ਰਾਈਫਲ ਦੇ ਵਿੱਚ ਬਰੂਦ ਜ਼ਿਆਦਾ ਭਰਿਆ ਗਿਆ, ਚਲਾਉਣ ਲੱਗਾ ਤੇ ਉਸ ਦੀ ਬਰੀਚ ਫਟ ਗਈ, ਮੱਥੇ ਦੇ ਵਿੱਚ ਵੱਜਣ ਦੇ ਨਾਲ ਚਰਨ ਸਿੰਘ ਜਿਹੜਾ ਸੀ ਉਹ ਅਕਾਲ ਚਲਾਣਾ ਕਰ ਗਿਆ, ਜਿਸ ਦੀ ਸਮਾਧ ਗੁਜਰਾਂਵਾਲੇ ਪਾਕਿਸਤਾਨ ਦੇ ਵਿੱਚ ਬਣੀ ਹੋਈ ਹੈ। ਚਰਨ ਸਿੰਘ ਦਾ ਬੇਟਾ ਸੀ ਮਾਨ ਸਿੰਘ, ਰਣਜੀਤ ਸਿੰਘ ਦਾ ਬਾਪ। ਮਾਨ ਸਿੰਘ ਜਿਹੜਾ ਜਿਹਨਾਂ ਦੀ ਪਤਨੀ ਰਾਜ ਕੌਰ ਦੀ ਗੱਲ ਆਪਣੀ ਭੈਣਾਂ ਦੇ ਨਾਲ ਸਾਂਝੀ ਕਰਾਂ ਉਹ ਬਹੁਤ ਜ਼ਰੂਰੀ ਹੈ। ਇਹ ਜੀਂਦ ਦੇ ਰਾਜੇ ਗਜਪਤ ਸਿੰਘ ਦੀ ਬੇਟੀ ਸੀ। ਮੈਂ ਇਸ ਕਰਕੇ ਸਾਂਝੀ ਕਰ ਦਿੰਦਾ ਕਿ ਜਿਹੜੀ ਸਾਡੀ ਕੌਮ ਹੈ ਇਹਦੇ ਚ ਫੀਮੇਲ ਫੀਟੀਸਾਈਡ ਭਰੂਣ ਹੱਤਿਆ ਬੜੀ ਵੱਧਦੀ ਜਾ ਰਹੀ ਹੈ। ਬੇਸ਼ੱਕ ਅਸੀਂ ਕਹਿੰਦੇ ਸਰਕਾਰ ਨੇ ਪਾਬੰਦੀ ਲਾ ਦਿੱਤੀ, ਪਰ ਅਜੇ ਵੀ ਅਲਟਰਾਸਾਊਂਡ ਹੁੰਦੇ ਨੇ, ਲੇਟਿਨਰ ਦਾ ਟੈਸਟ ਹੁੰਦੇ ਨੇ, ਉਸ ਤੋਂ ਬਾਅਦ ਬੱਚੇ ਨੂੰ ਗੁਪਤ ਕਤਲ ਕੀਤਾ ਜਾਂਦਾ ਹੈ। ਜਿਹੜਾ ਗਜਪਤ ਸਿੰਘ ਸੀ ਜੀਂਦ ਦਾ ਉਸ ਵੇਲੇ ਦਾ ਰਾਜਾ, ਉਹਦੇ ਘਰ ਇੱਕ ਬੱਚੀ ਨੇ ਜਨਮ ਲਿਆ ਤੇ ਉਹਨਾਂ ਸਮਿਆਂ ਦੇ ਵਿੱਚ ਬੱਚੇ ਨੂੰ ਮਾਰਨ ਦਾ ਤਰੀਕਾ ਇਹ ਹੁੰਦਾ ਸੀ ਕਿ ਬੱਚੀ ਨੂੰ ਥੋੜੀ ਜਿਹੀ ਫੀਮ ਖਵਾ ਕੇ ਨਾ ਤੇ ਉਹਨੂੰ ਘੜੇ 'ਚ ਦੱਬ ਦਿੱਤਾ ਜਾਂਦਾ ਸੀ। ਹੌਲੀ ਹੌਲੀ ਬੱਚੀ ਜਿਹੜੀ ਸੀ ਉਹ ਮਰ ਜਾਂਦੀ ਸੀ। ਬੱਚੀ ਨੇ ਜਨਮ ਲਿਆ, ਜਨਮ ਲੈਂਦੇ ਪਾਣੀ ਦੇ ਵਿੱਚ ਘੋਲ ਕੇ ਫੀਮ ਖਵਾ ਦਿੱਤੀ ਤੇ ਘੜੇ 'ਚ ਦੱਬ ਦਿੱਤੀ। ਅਜੇ ਥੋੜਾ ਹੀ ਸਮਾਂ, ਕੁਝ ਪੈਰ, ਕੁਝ ਘੜੀਆਂ ਬੀਤੀਆਂ ਨੇ ਤੇ ਘਰ ਦੇ ਵਿੱਚ ਬਾਬਾ ਗੁੱਦਰ ਸਿੰਘ ਆ ਗਏ। ਬਾਬਾ ਗੁੱਦਰ ਸਿੰਘ ਦਾ ਬੜਾ ਸਤਿਕਾਰ ਕਰਦੇ ਸੀ ਗਜਪਤ ਸਿੰਘ ਹੁਣੀ। ਜਦੋਂ ਗਜਪਤ ਸਿੰਘ ਰੋਟੀ ਲੈ ਕੇ ਆਇਆ ਉਹਨਾਂ ਦੇ ਵਾਸਤੇ ਕਹਿੰਦੇ ਅੱਜ ਤੋਂ ਬਾਅਦ ਤੇਰੇ ਘਰ ਦਾ ਪ੍ਰਸ਼ਾਦਾ ਨਹੀਂ ਛਕਣਾ, ਹੁਣ ਤੇਰੇ ਘਰ ਦਾ ਪ੍ਰਸ਼ਾਦਾ ਨਹੀਂ ਛਕਣਾ। ਕਹਿੰਦਾ ਕੀ ਕਰ, ਕੀ ਗੁਨਾਹ ਹੋਇਆ? ਕਹਿੰਦਾ ਸੋਚ, ਅਸੀਂ ਕੁਝ ਘੜੀਆਂ ਤਾਂ ਬੀਤੀਆਂ ਨੇ ਕਿ ਘਰ ਦੇ ਵਿੱਚ ਇੱਕ ਨਵ ਜੰਮੀ ਬੱਚੀ ਨੂੰ ਮਾਰ ਕੇ ਘੜੇ 'ਚ ਰੱਖ ਕੇ ਆਇਆ, ਤੇਰੇ ਘਰ ਦਾ ਪ੍ਰਸ਼ਾਦਾ ਬੋਲੋ ਸ਼ੁਕਰ ਬੱਚੀ ਨੂੰ ਕੱਢ ਕੇ ਲੈ ਗਿਆ। ਕੁਦਰਤ ਅਜੇ ਕੁਝ ਘੜੀਆਂ ਬੀਤੀਆਂ ਸੀ, ਬੱਚੀ ਦੇ ਸਵਾਸ ਚੱਲਦੇ ਸੀ, ਜਦੋਂ ਘੜੇ ਨੂੰ ਬਾਹਰ ਕੱਢਿਆ ਗਿਆ ਬੱਚੀ ਨੂੰ ਚੁੰਮ ਰਹੀ ਸੀ। ਔਰ ਉਹ ਬੱਚੀ ਰਾਜ ਕੌਰ ਬਣੀ ਜਿਹਦੀ ਕੁੱਖ ਤੋਂ ਸ਼ੇਰ ਪੰਜਾਬ ਰਣਜੀਤ ਸਿੰਘ ਪੈਦਾ ਹੋਇਆ। ਜੇ ਕਿਤੇ ਉਹ ਫੀਮੇਲ ਫੀਟੀਸਾਈਡ ਉਹ ਭਰੂਣ ਹੱਤਿਆ ਉਦੋਂ ਹੋ ਚੁੱਕੀ ਹੁੰਦੀ, ਤੁਸੀਂ ਆਪ ਸੋਚੋ ਕਿ ਜਿਹੜੀਆਂ ਬੱਚੀਆਂ ਨੂੰ ਅਸੀਂ ਕੁੱਖਾਂ 'ਚ ਕਤਲ ਕਰ ਦਿੰਦੇ, ਕੀ ਪਤਾ ਉਹਨਾਂ ਦੀਆਂ ਕੁੱਖਾਂ 'ਚ ਹੁਕਮ ਕਿਹੜਾ ਮਹਾਬਲੀ ਚੋਂ ਪੈਦਾ, ਕੀ ਪਤਾ ਉਹਨਾਂ ਨੇ ਕਿਸ ਸੂਰਮੇ ਨੂੰ ਜਨਮ ਦੇਣਾ ਜਿਹਨਾਂ ਨੂੰ ਅਸੀਂ ਕੁੱਖਾਂ ਦੇ ਵਿੱਚ